ਕਾਂਗਰਸ ਆਈ, ਅਕਾਲੀ ਆਏ, ਤੀਜੀ ਆ ਵੀ ਆਪਾਂ ਵੰਡਾਈ ਆ। ਹਾਲਾਤ ਇਹੋ ਆ ਵੀ ਸਾਡੇ ਪੰਜਾਬ ਦੀ ਜ਼ਮੀਨ ਤੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਦੀ ਅੱਖ ਤੇ ਸਿੱਧੀ। ਇਹ ਪਾਣੀ ਜਮ੍ਹਾਂ ਕੀਤਾ ਗਿਆ 3 ਮਹੀਨੇ ਤੋਂ। ਜੇ ਸਰਕਾਰ ਚਾਹੇ ਇਹਨੂੰ ਰਿਲੀਜ਼ਿੰਗ ਕਰਾਉਂਦੀ, ਮਕੇਰੀਆਂ ਤੋਂ ਲੈ ਕੇ ਗੋਂਦਵਾਲ ਸਾਹਿਬ, ਹਰੀਕੇ, ਗਾਂ ਫਿਰੋਜ਼ਪੁਰ, ਫਾਜ਼ਿਲਕਾ, ਇਹ ਸਾਰੇ ਹੀ ਬਚ ਸਕਦੇ ਸੀ। ਕਿਉਂਕਿ ਅਸੀਂ ਕੋਈ ਤਰੀਕਾ ਨਹੀਂ ਵਰਤਦੇ। ਸਰਕਾਰਾਂ ਦੀ ਨਿਗਾਹਾਂ ਪੰਜਾਬ ਤੇ ਜ਼ੋਰ ਲੱਗਾ ਆ ਸਰਕਾਰਾਂ ਦਾ। ਪਾਣੀ ਇਸੇ ਲਈ ਛੱਡਣ ਡਿਆ ਪੰਜਾਬ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਕੀਤੀ ਜਾਵੇ, ਕਿਉਂਕਿ ਇਹਦੇ ਨਾਲ ਮਾਲਵਾ ਤੇ ਮਾਝਾ ਲੱਗਦਾ। ਇਹਨੂੰ ਥੋੜਾ ਜਿਹਾ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰਕੇ ਕੀਤੀ। ਰਾਵੀ ਦਰਿਆ ਦੇ ਵਿੱਚ ਆ, ਬਿਆਸ ਦੇ ਸੈਂਟਰ 'ਚ ਪੈਂਦੇ ਆ, ਕਿਉਂਕਿ ਜਦੋਂ ਵੀ ਆਵਾਜ਼ ਕੋਈ ਉੱਠਦੀ ਆ ਜਿਆਦਾ ਮਾਝੇ ਤੋਂ ਹੀ ਉੱਠਦੀ ਆ। ਕਹਿੰਦੇ ਨੇ ਕਿ ਜਿਹੜੇ ਲੀਡਰ ਨੇ ਉਹਨਾਂ ਨੇ ਕਦੇ ਵੀ ਇਹਨਾਂ ਦਰਿਆਈ ਖੇਤਰ ਦੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਹੀ ਨਹੀਂ। ਵੇਖੋ ਜੀ, ਜੇ ਪੱਕਾ ਪ੍ਰਬੰਧ ਦੇ ਦੇਣਗੇ ਤੇ ਫਿਰ ਰੇਤਾ ਬਜਰੀ ਕਿੱਥੋਂ ਵੇਚਣਗੇ? ਇਹ ਰੇਤਾ ਦੇ ਟਰੱਕ ਕਿੱਥੋਂ ਭਰ ਲੈਣਗੇ? ਮਾਈਨ ਕਿੱਥੋਂ ਕਰਾਉਣਗੇ? ਆ ਤਾਂ ਵੱਡੇ ਵੱਡੇ ਲੀਡਰ ਨੇ, ਇਹਨਾਂ ਦੇ ਰਾਤ ਨੂੰ ਟਿੱਪਰ ਜਾਂਦੇ ਨੇ ਡੀਸੀਆਂ ਦੇ ਮਾਈਨਿੰਗਾਂ ਦੇ। ਇਹਨਾਂ ਦੇ ਮਹੀਨੇ ਕੀਤੇ ਹੋਏ ਨੇ ਲੱਖ ਰੁਪਈਆ। ਐਸਐਚਓ ਤੋਂ ਲੈਣਾ, ਡੀਐਸਪੀ ਕਿੱਥੇ ਲਾਉਣਾ, ਐਸਐਸਪੀ ਕਿੱਥੇ ਲਾਉਣਾ? ਇੱਥੇ ਤੇ ਲੱਖਾਂ ਨਾਲ ਵੇਚਦੇ ਨੇ ਐਸਐਸਪੀ। ਇੱਥੇ ਸਾਨੂੰ ਟਰਾਲੀ ਨਹੀਂ ਭਰਨ ਦਿੰਦੇ ਮਿੱਟੀ ਦੀ। ਸਾਡੇ ਰੇਤ ਦਾ ਕੋਈ ਬੰਦਾ ਟਰਾਲੀ ਬੰਦ ਭਰ ਕੇ ਚੜਾ ਨਹੀਂ ਸਕਦਾ। ਅਸੀਂ ਫਿਰ ਗੁਲਾਮ ਹੀ ਆ ਨਾ। ਜੇ ਇਜਾਜ਼ਤ ਦੇ ਸਾਡੀ ਖੱਤੇ ਟਰਾਲੀ ਮਿੱਟੀ ਦੀ ਭਰ ਕੇ ਜਿੱਥੇ ਮਰਜ਼ੀ ਦੇ ਆਉਂਦੇ, ਸਾਡੀ ਟਰਾਲੀ ਰੇਤਾ ਦੀ ਫੜੀ ਜਾਂਦੀ ਬੰਦ ਤੇ, ਫਿਰ ਸਾਡੀ ਗੁਲਾਮੀ ਕਰਕੇ ਫੜੀ ਜਾਂਦੀ ਨਾ। ਲੀਡਰ ਤੇ ਫਿਰ ਉਹ ਸੈਂਟਰ ਦੇ ਸਾਡੇ ਫੋਟੋ। ਜੇ ਅਸੀਂ ਨਾ ਜਾਗੇ ਆਉਣ ਵਾਲੇ ਸਮੇਂ 'ਚ, ਇਕੱਠਾ ਨਾ ਹੋਇਆ ਪੰਜਾਬ, ਸਾਡਾ ਆਉਣ ਵਾਲਾ ਹਾਲਾਤ ਬਹੁਤ ਮਾੜਾ। ਇਹਨਾਂ ਸਰਕਾਰਾਂ ਨੇ ਕੁਝ ਨਹੀਂ ਕਰਨਾ। ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਦੇ ਹੇਠ ਨੇ ਔਰ ਇਹ ਦੇਖ ਸਕਦੇ ਹੋ ਕਿ ਇਹ ਜਿਹੜਾ ਦਰਿਆ ਆ, ਇਹਦੇ ਵਿੱਚੋਂ ਇੱਕ ਵੀ ਬਾਟਾ ਜਿਹੜੇ ਕਿਸਾਨ ਨੇ ਇਹ ਰੇਤ ਦਾ ਨਹੀਂ ਕੱਢ ਸਕਦੇ। ਜੇ ਇਹਨਾਂ ਦੇ ਉੱਪਰ ਰੇਤ ਦਾ ਇੱਕ ਵੀ ਬਾਟਾ ਕੱਢਣ ਵਜੋਂ ਬਹੁਤ ਸਾਰੇ ਵੱਡੇ ਵੱਡੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ। ਪਰ ਅੱਜ ਇਸੇ ਪਾਣੀ ਦੇ ਕਾਰਨ ਇਹਨਾਂ ਦੀਆਂ ਜ਼ਮੀਨਾਂ ਪਾਣੀ ਦੇ ਵਿੱਚ ਹੜ ਚੁੱਕੀਆਂ ਨੇ। ਗੱਲਬਾਤ ਕਰ ਲੈਣੇ ਸਾਡੇ ਨਾਲ ਇੱਥੋਂ ਦੇ ਕਿਸਾਨ ਆਗੂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਿਹੜੇ ਲਗਾਤਾਰ ਗਰਾਊਂਡ ਦੇ ਵਿੱਚ ਰਹੇ ਨੇ। ਸਭ ਤੋਂ ਪਹਿਲਾਂ ਦੱਸੋ ਜੀ, ਨਾਮ ਕੀ ਹੈ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੋੜ ਸਿੰਘ ਹਜ਼ਾਰਾ ਆ, ਪੰਜਾਬ ਕਿਸਾਨ ਯੂਨੀਅਨ ਬਾਗੀ ਦਾ ਸੂਬਾ ਮੀਤ ਪ੍ਰਧਾਨ ਵੀ ਆ। ਸੋ ਇੱਥੇ ਅਸੀਂ, ਸਾਡੀ ਪਾਕਿਸਤਾਨ ਦੀ ਅਲਾਟਮੈਂਟ ਜ਼ਮੀਨ ਹੋਈ ਆ ਸਾਡੇ ਬਜ਼ੁਰਗਾਂ ਦੀ, ਉਦੋਂ ਇੱਥੇ ਆ ਕੇ ਬੈਠੇ ਆ। ਮਾਲਕੀ ਜ਼ਮੀਨ ਹੈ ਤੁਹਾਡੀ? ਜ਼ਮੀਨ, ਹਾਂਜੀ, ਮਾਲਕੀ ਪਾਕਿਸਤਾਨ ਤੋਂ ਅਲਾਟਮੈਂਟ ਹੋਈ ਸਾਨੂੰ ਦਰਿਆ ਦੇ, ਬਿਆਸ ਦਰਿਆ ਦੀ ਜ਼ਮੀਨ। ਬਾਕੀ ਅਸੀਂ ਤਾਂ ਉਹ ਤਾਂ ਦਰਿਆ 'ਚ ਅਜੇ ਵੀ ਵਗਦੀ ਆ। ਤੇ ਅਸੀਂ ਤਾਂ ਬਾਅਦ ਮਿਹਨਤ ਕਰਕੇ ਵੱਡਿਆਂ ਵਡੇਰਿਆਂ ਨੇ ਜਿੱਦਾਂ ਵੀ ਮਿਹਨਤ ਕਰਕੇ ਦਹਾਨਾਂ ਦੀ ਕਿਰਤ ਕਰਕੇ ਕੋਈ 10-12 ਕਿੱਲੇ ਪੈਲੀ ਬਣਾਈ ਆ, ਉਹ ਹਾਲਾਂਕਿ ਹੁਣ ਥੋੜਾ ਜਿਹਾ ਦਰਿਆ ਤੋਂ ਦੂਰ ਹੋਈ ਆ। ਉਹੀ ਏਦਾਂ ਹੀ ਆ, ਬਸ ਟਾਈਮ ਪਾਸ ਹੀ ਚੱਲਦਾ ਹੈ। ਬਾਕੀ ਦਰਿਆ ਦੇ ਵਿੱਚ ਹੀ ਹਾਲਾਤ ਕੀ ਹੈ, ਕਿਉਂ ਹੜ ਆ ਜਾਂਦੇ? ਇਸ ਚੀਜ਼ ਨੂੰ ਲੈ ਕੇ ਕਦੇ ਐਨਾਲਾਈਜ਼ ਕਰਦੇ ਹੋ ਕਿ ਆਖਿਰ ਇਹਨਾਂ ਦਾ ਰੀਜ਼ਨ ਕੀ ਹੈ? ਪਰਿਵਾਰ ਹੜ ਜਾਂਦੇ ਨੇ, ਬਹੁਤ ਸਾਰੇ ਘਰ ਹੜ ਜਾਂਦੇ ਨੇ, ਜ਼ਮੀਨਾਂ ਹੜ ਜਾਂਦੀਆਂ ਨੇ। ਕੀ ਲੱਗਦਾ ਕਿ ਇਹਨਾਂ ਦਾ ਕਾਰਨ ਕੀ ਮੰਨਦੇ ਹੋ ਅਜੇ ਤੱਕ? ਕਾਰਨ ਜੇ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੇ ਗੱਲ ਜਾਈਏ, ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗੁਰੂ ਨੂੰ ਮੰਨਾਂਗੇ, ਜੇ ਸੱਚ ਬੋਲ ਗਏ ਤਾਂ ਕਈਆਂ ਨੇ ਤੇ ਗੁੱਸਾ ਵੀ ਕਰਨਾ। ਸੱਚਾਈ ਇਹ ਆ ਵੀ ਪੰਜਾਬ ਨੂੰ ਗੁਲਾਮ ਬਣਾਇਆ ਜਾ ਰਿਹਾ। ਜੋ 47 ਤੋਂ ਉਜਾੜਾ ਹੋਇਆ, ਮਾਸਟਰ ਤਾਰਾ ਸਿੰਘ ਨੇ ਮੰਗਿਆ ਸੀ ਨਾ, ਨਹਿਰੂ ਹੋਣਾ ਦੇ ਵੀ ਹੁਣ ਤੁਹਾਡੀ ਵਾਰੀ ਨਹੀਂ, ਉਹ ਸਮਾਂ ਲੰਘ ਗਿਆ। ਸੋ ਕਾਂਗਰਸ ਆਈ, ਅਕਾਲੀ ਆਏ, ਤੀਜੀ ਆ ਵੀ ਆਪਾਂ ਵੰਡਾਈ ਆ। ਹਾਲਾਤ ਇਹੋ ਆ ਵੀ ਸਾਡੇ ਪੰਜਾਬ ਦੀ ਜ਼ਮੀਨ ਤੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਅੱਖ ਤੇ ਸਿੱਧੀ। ਨਿਸ਼ਾਨਾ ਆ, ਟਾਰਗੇਟ ਆ। ਇਹ ਪਾਣੀ ਜਮ੍ਹਾਂ ਕੀਤਾ ਗਿਆ 3 ਮਹੀਨੇ ਤੋਂ। ਜੇ ਸਰਕਾਰ ਚਾਹੇ ਇਹਨੂੰ ਰਿਲੀਜ਼ਿੰਗ ਕਰਾਉਂਦੀ, ਮਕੇਰੀਆਂ ਤੋਂ ਲੈ ਕੇ ਗੋਂਦਵਾਲ ਸਾਹਿਬ, ਹਰੀਕੇ, ਗਾਂ ਫਿਰੋਜ਼ਪੁਰ, ਫਾਜ਼ਿਲਕਾ, ਇਹ ਸਾਰੇ ਹੀ ਬਚ ਸਕਦੇ ਸੀ। ਕਿਉਂਕਿ ਅਸੀਂ ਕੋਈ ਤਰੀਕਾ ਨਹੀਂ ਵਰਤਦੇ। ਸਰਕਾਰਾਂ ਦੀ ਨਿਗਾਹਾਂ ਜਦੋਂ ਪੰਜਾਬ ਤੇ ਜ਼ੋਰ ਲੱਗਾ ਆ ਸਰਕਾਰਾਂ ਦਾ, ਕਿਉਂਕਿ ਪੰਜਾਬ ਦੀ ਧਰਤੀ ਇਹੋ ਜਿਹੀ ਆ। ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਇਹੋ ਜਿਹੀ ਕੁਰਬਾਨੀ ਕਰਕੇ ਗਏ, ਸਾਨੂੰ ਵੱਡੇ ਇਹੋ ਕੁਝ ਦੇ ਕੇ ਗਏ ਆ। ਸਾਨੂੰ ਮਾਰ ਨਹੀਂ ਸਕਦਾ ਕੋਈ, ਕਿਉਂਕਿ ਸਾਨੂੰ ਅੱਜ ਪੰਜਾਬ ਜਿਹੜਾ ਆ, ਅਸੀਂ ਵੱਖੋ ਵੱਖ ਵੰਡਿਆ ਗਿਆ, ਕਈਆਂ ਪਾਰਟੀਆਂ 'ਚ ਵੰਡਿਆ ਗਿਆ। ਹੈਗੇ ਤਾਂ ਸਾਡੇ ਪੰਜਾਬੀ ਵੀਰ ਆ, ਜੇ ਈਸਾਈ ਉਹ ਵੀ ਸਾਡੇ ਆ, ਹਿੰਦੂ ਵੀ ਸਾਡੇ ਆ, ਮੁਸਲਮਾਨ ਵੀ ਸਾਡੇ ਆ, ਸਿੱਖ ਵੀ ਸਾਡੇ ਆ। ਇਹ ਜਾਤਾਂ ਦੇ ਵੰਡ ਕੇ ਸਾਨੂੰ ਦੂਰ ਲੈ ਗਏ। ਜੇ ਅੱਜ ਪੰਜਾਬ ਦੀ ਪੈਲੀ ਰਿਕਵਾਇਰ ਆਈ, ਤੁਸੀਂ ਆ ਲੈਂਡ ਪੂਲਿੰਗ ਵੇਖੀ ਆ ਨਾ, ਕੀ ਇੱਥੇ ਸਾਡੇ ਕੋਲ ਜਿਹੜੀਆਂ ਤਾਂ ਪਹਿਲੀਆਂ ਕਲੋਨੀਆਂ ਕੱਟੀਆਂ ਉਹ ਪੂਰੀਆਂ ਨਹੀਂ ਆ। ਸਾਡੀ ਜ਼ਮੀਨ ਤੇ ਆਖਾ ਜੇ ਅੱਜ ਜਾੜਾ ਹੁੰਦਾ ਆ, 47 ਤੋਂ ਲੈ ਕੇ ਸਾਡਾ ਜਾੜਾ ਹੋ ਰਿਹਾ, ਸਾਡਾ ਬਹੁਤ ਹਾਲਾਤ ਮਾੜਾ ਆ। ਅੱਜ ਅਸੀਂ ਕਰਜ਼ਾਈ ਆ, ਜਿਹੜੇ ਲੋਕ ਕਿਸਾਨ ਆ ਬਹੁਤ ਕਰਜ਼ਾਈ ਆ। ਆਏ ਸਾਲ ਤੁਸੀਂ ਹੜ੍ਹਾਂ ਦੀ ਮਾਰ ਦੇ ਹੇਠ ਆ ਜਾਂਦੇ ਹੋ ਤੇ ਕਦੇ ਮਨੋਬਲ ਨਹੀਂ ਟੁੱਟਦਾ ਤੁਹਾਡਾ ਕਿ ਇਹੋ ਜੀ ਜ਼ਮੀਨ ਨੂੰ ਵੇਚ ਕੇ ਕਿਸੇ ਜਗ੍ਹਾ ਤੇ ਜਿਹੜਾ ਘੱਟ ਜ਼ਮੀਨ ਲੈ ਕੇ ਆਪਦਾ ਘਰ ਪਾ ਕੇ ਗੁਜ਼ਾਰਾ ਕਰ ਲਈਏ, ਤਾਂ ਜੋ ਸਾਡਾ ਉਜਾੜਾ ਤਾਂ ਨਾ ਹੋਵੇ? ਇਹ ਕਿੱਦਾਂ ਜੀ, ਕਈ ਯਾਰ ਨਾ ਪੰਛੀ ਆਲਣਾ ਬਣਾਉਂਦਾ ਰੁੱਖ ਤੇ, ਤੁਸੀਂ ਦੇਖ ਹੀ ਲੈਨੇ ਨਾ, ਭਾਵੇਂ ਉਹਦਾ ਆਲਣਾ ਉੱਡਦਾ ਆ, ਸੁੱਕਦਾ, ਪਰ ਨਹੀਂ ਛੱਡਦਾ। ਇਹ ਸਾਡਾ ਪਿਆਰ ਆ, ਅਸੀਂ ਧਰਤੀ ਨਾਲ ਜੁੜੇ ਆ। ਜਿੱਥੇ ਵੀ ਜਾਵਾਂਗੇ ਉਹ ਵੀ ਧਰਤੀ ਆ, ਗੁਰੂ ਨਾਨਕ ਦੀ ਵੀ ਧਰਤੀ ਆ। ਸਾਡਾ ਪਿਆਰ ਆ, ਜਿੱਦਾਂ ਸਾਡੇ ਵੱਡੇ ਇੱਥੇ ਲੰਘ ਗਏ, ਅਸੀਂ ਉਦਾਂ ਜਿੱਦਾਂ
ਗਾਂ ਦੀਆਂ ਜੁੜੀਆਂ ਦੇ ਨਾਲ ਪਿਆਰ ਨਾਲ ਜੁੜੇ ਆਉਂਦੇ ਆ। ਸਾਨੂੰ ਐਡਾ ਬਾਹਲਾ ਨਹੀਂਗਾ ਵੀ ਅਸੀਂ ਇਹਨੂੰ ਵੀ ਚੰਗੇ ਐਸ਼ਰਾਮ, ਅਸੀਂ ਇਹ ਕਹਿੰਦੇ ਵੀ ਸਾਡੀ ਧਰਤੀ ਨਾਲ ਜੁੜੇ ਰਹੀ, ਸਾਡੀ ਵਿਰਾਸਤ ਬਚਾਉਣ ਦਾ ਸਾਡਾ ਆ ਵੀ ਸਾਡੀ ਸਿੱਖੀ ਦੀ ਵਿਰਾਸਤ ਬਚੇ, ਸਾਡੇ ਬੱਚੇ ਸਿੱਖ ਬਣਨ, ਜਿਹੜਾ ਹਿੰਦੂ ਧਰਮ 'ਚ ਪੂਰਾ ਰਵੇ, ਮੁਸਲਮਾਨ ਤਾਂ ਮੁਸਲਮਾਨ ਵਾਲੇ ਕੰਮ ਕਰੇ, ਸਿੱਖ 'ਚ ਰਹਿ ਗਏ। ਜੇ ਸਿੱਖ ਤੋਂ ਸਿੱਖ ਪੂਰਾ ਹੋਵੇ, ਜੇ ਗੁਰੂ ਨਾਨਕ ਦਾ ਫਲਸਫਾ ਉਹਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਚੱਲੇ ਤੇ ਸਾਡੇ 'ਚ ਲੜਾਈ ਪੈ ਨਹੀਂ ਸਕਦੀ। ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਧਰਮ ਨੂੰ ਵਰਤ ਕੇ ਰਾਜ ਕਰਕੇ ਹਾਲਾਂਕਿ ਧਰਮ ਨੇ ਉੱਤੇ ਰਹਿਣਾ ਸੀ, ਅਸੀਂ ਧਰਮ ਨੂੰ ਥੱਲੇ ਕਰਕੇ ਲੈ ਗਏ। ਜੇ ਸਾਡਾ ਧਰਮਾਂ ਨਹੀਂ ਉੱਤੇ ਕਰਕੇ ਤੇ ਸਾਡਾ ਪੰਜਾਬ ਵੰਡਿਆ ਨਹੀਂ ਜਾਣਾ। ਆ ਸਾਡੇ ਵੱਡੇ ਭਾਰਤ ਮਾਲਾ ਰੋਡ ਨਹੀਂ ਸਾਡੇ 'ਚ ਬੰਨੇ, ਅਸੀਂ ਨਹੀਂ ਬਣਾਉਣ ਦੇਣੇ। ਇਹ ਸਾਨੂੰ ਸਰਕਾਰਾਂ ਅੱਜ ਵੀ ਇਹ ਪਾਣੀ ਇਸੇ ਲਈ ਛੱਡਣ ਡਏ ਆ ਕਿ ਇਹਨਾਂ ਨੂੰ ਜਿਹੜੀ ਪੰਜਾਬ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਕੀਤੀ ਜਾਵੇ, ਕਿਉਂਕਿ ਇਹਦੇ ਨਾਲ ਮਾਲਵਾ ਤੇ ਮਾਝਾ ਲੱਗਦਾ। ਦੂਜੀ ਗੱਲ, ਇੱਕ ਤੁਹਾਨੂੰ ਇਹ ਪਾਣੀ ਜ਼ਿਆਦੇ ਦੀ ਇਸੇ ਕਰਕੇ ਆ ਵੀ ਇੱਥੇ ਲੋਕ ਜਿਹੜੇ ਹੈਗੇ ਥੋੜੇ ਜਿਹੇ ਨਾ ਮਾਝਾ ਮਝੈਲ ਕਹਿੰਦੇ ਆ, ਇਹਨੂੰ ਥੋੜਾ ਜਿਹਾ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰਕੇ ਕੀਤੀ। ਰਾਵੀ ਦਰਿਆ ਦੇ ਵਿੱਚ ਆ, ਬਿਆਸ ਦੇ ਸੈਂਟਰ 'ਚ ਪੈਂਦੇ ਆ, ਕਿਉਂਕਿ ਜਦੋਂ ਵੀ ਆਵਾਜ਼ ਕੋਈ ਉੱਠਦੀ ਆ ਜਿਆਦੀ ਮਾਝੇ ਤੋਂ ਹੀ ਉੱਠਦੀ ਆ। ਜਦੋਂ ਸਾਡੀ ਕੋਈ ਲਹਿਰ ਉੱਠਦੀ ਆ ਨਾ, ਉਦੋਂ ਮਾਝੇ ਤੋਂ ਹੀ ਉੱਠਦੀ ਆ। ਇਹਨੂੰ ਇਹਦੇ 'ਚ ਵੀ ਦਬਾਇਆ ਜਾਂਦਾ ਸਾਨੂੰ। ਮਝੈਲਾਂ ਦੇ ਖੂਨ 'ਚ ਇਦਾਂ ਦਾ ਕੀ ਹੈ ਕਿ ਜ਼ੁਲਮ ਦੇ ਖਿਲਾਫ ਜਾਂ ਵਧੀਕੀ ਦੇ ਖਿਲਾਫ ਉੱਠ ਕੇ ਖੜੇ ਹੋ ਜਾਂਦੇ ਆ? ਵੇਖੋ ਜੀ, ਆਪਾਂ ਕਹੀਏ ਸਾਡੀ ਵਿਰਾਸਤ ਆ ਭਾਈ ਬਾਬਾ ਦੀਪ ਸਿੰਘ ਦੀ, ਅੱਜ ਉਹ ਵੇਖੀ ਅਸੀਂ ਯਾਦ ਕਰੀ ਉਹ ਚੀਜ਼ਾਂ ਸਾਨੂੰ ਕਈ ਵਾਰ ਸਾਡੇ ਖੂਨ 'ਚ ਆਉਂਦੀਆਂ। ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ 4 ਸਾਲ ਦਾ ਬੱਚਾ ਸੀ ਨਾ, ਉਹ ਸਾਡੇ ਵਾਸਤੇ ਆ ਪਰਿਵਾਰ ਕਰ ਗਿਆ, ਸਾਨੂੰ ਆ ਪੈਲੀਆਂ ਦੇ ਮਾਲਕ ਬਣਾ ਕੇ ਦੇ ਗਿਆ। ਸਾਨੂੰ ਅੱਜ ਪੈਲੀਆਂ ਦੇ ਮਾਲਕ ਬਣਾਉਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਆ, ਅਸੀਂ ਕਿਤਨਾ ਭੁੱਲ ਜਾਵਾਂਗੇ। ਸਾਨੂੰ ਜ਼ਿਆਦਾ ਇਹਨਾਂ ਨਾਲ ਪਿਆਰ ਨਹੀਂ, ਸਾਨੂੰ ਤਾਂ ਆਪਦੀ ਵਿਰਾਸਤ ਨਾਲ ਪਿਆਰ ਆ ਜ਼ਿਆਦਾ। ਅਸੀਂ ਇਸੇ ਕਰਕੇ ਜ਼ਿਆਦਾ ਇਹਨਾਂ ਧਰਤੀ ਨਾਲ ਪਿਆਰ ਕਰਦੇ। ਆਉਣ ਵਾਲੇ ਬੱਚਿਆਂ ਨੂੰ ਕਹਿੰਦੇ ਆ ਵੀ ਆਪਦੀ ਭਾਈ ਪੰਜਾਬੀ ਊੜਾ ਜੂੜਾ ਪੰਜਾਬੀਅਤ ਇਨਸਾਨੀਅਤ ਨੂੰ ਬਚਾ ਲਈਏ। ਅਸੀਂ ਇਹਨਾਂ ਚੀਜ਼ਾਂ ਤੋਂ ਉੱਠ ਕੇ ਇਕੱਠੇ ਹੋ ਜਾਈਏ, ਆਪਦੇ ਰਾਜ ਦੀ ਗੱਲ ਕਰੀਏ। ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੀ ਮੰਗ ਕਰਦੇ ਵੀ ਸਾਡੇ 'ਚ ਖਾਲਸਾ ਰਾਜ ਉਹ ਆਵੇ ਕਿ ਪੰਜਾਬ ਨੂੰ ਬਚਾਉਣਾ ਨੇ, ਸਾਡਾ ਬਚਣ ਦਾ ਕੋਈ ਹੱਲ ਨਹੀਂ। ਦਰਿਆਈ ਖੇਤਰ ਦੇ ਲੋਕਾਂ ਬਾਰੇ ਖਾਸ ਤੌਰ ਤੇ ਇੱਕ ਇਹ ਗੱਲ ਪ੍ਰਚਲਿਤ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਬਹੁਤ ਸਾਰੇ ਜਿਹੜੇ ਪਾਰਟੀਆਂ ਦੇ ਵੱਖ-ਵੱਖ ਲੀਡਰ ਨੇ ਉਹ ਸੀਰੀਅਸ ਨਹੀਂ ਲੈਂਦੇ, ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਡਿਮਾਂਡ ਕੀਤੀ ਜਾਂਦੀ ਹੈ ਕਿ ਪੱਕੇ ਬੰਨ ਦਿੱਤੇ ਜਾਣ, ਸਾਨੂੰ ਇਦਾਂ ਦੇ ਪ੍ਰਬੰਧ ਦੇ ਦਿੱਤੇ ਜਾਣ। ਕਹਿੰਦੇ ਨੇ ਕਿ ਜਿਹੜੇ ਲੀਡਰ ਨੇ ਉਹਨਾਂ ਨੇ ਕਦੇ ਵੀ ਇਹਨਾਂ ਦਰਿਆਈ ਖੇਤਰ ਦੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਹੀ ਨਹੀਂ। ਵੇਖੋ ਜੀ, ਜੇ ਪੱਕਾ ਪ੍ਰਬੰਧ ਦੇ ਦੇਣਗੇ ਤੇ ਫਿਰ ਰੇਤਾ ਬਜਰੀ ਕਿੱਥੋਂ ਵੇਚਣਗੇ? ਇਹ ਰੇਤਾ ਦੇ ਟਰੱਕ ਕਿੱਥੋਂ ਭਰ ਲੈਣਗੇ? ਮਾਈਨ ਕਿੱਥੋਂ ਕਰਾਉਣਗੇ? ਆ ਤਾਂ ਵੱਡੇ ਲੀਡਰ ਨੇ, ਇਹਨਾਂ ਦੇ ਰਾਤ ਨੂੰ ਟਿੱਪਰ ਜਾਂਦੇ ਨੇ, ਡੀਸੀਆਂ ਦੇ ਮੈਨਿੰਗਾਂ ਦੇ ਇਹਨਾਂ ਦੇ ਮਹੀਨੇ ਕੀਤੇ ਹੋਏ ਨੇ, ਲੱਖ ਰੁਪਈਆ ਐਸਐਚਓ ਤੋਂ ਲੈਣਾ, ਡੀਐਸਪੀ ਕਿੱਥੇ ਲਾਉਣਾ, ਐਸਐਸਪੀ ਕਿੱਥੇ ਲਾਉਣਾ? ਇੱਥੇ ਤੇ ਲੱਖਾਂ ਨਾਲ ਵਿਕਦੇ ਨੇ ਐਸਐਸਪੀ। ਇੱਥੇ ਜਿੰਨਾ ਸਾਡਾ ਦਰਿਆ ਦਾ ਏਰੀਆ ਇੱਥੋਂ ਰੇਤਾ ਵਿਕਦੀ ਏ। ਜੇ ਕਿਸੇ ਨੂੰ ਟਿਕਾਣੇ ਲਾਇਆ ਜਾਵੇ ਤੇ ਇਹ ਪੰਜਾਬ ਦੀ ਰੇਤਾ ਤੇ ਵੇਚ ਕੇ ਪੰਜਾਬ ਦਾ ਜਿੰਨਾ ਮਰਜ਼ੀ ਤੁਸੀਂ ਅੱਗੇ ਲੈ ਜਾਓ ਉਹਨੂੰ, ਪੰਜਾਬ ਨੂੰ। ਜੇ ਪੰਜਾਬ ਦੇ ਵਿੱਚੋਂ ਹੀ ਆ ਜਾ, ਸਾਨੂੰ ਤਾਂ ਟਰਾਲੀ ਨਹੀਂ ਭਰਨ ਦਿੰਦੇ ਮਿੱਟੀ ਦੀ। ਸਾਡੇ ਰੇਤ ਦਾ ਕੋਈ ਬੰਦਾ ਟਰਾਲੀ ਬੰਦ ਭਰ ਕੇ ਚੜਾ ਨਹੀਂ ਸਕਦਾ, ਅਸੀਂ ਫਿਰ ਗੁਲਾਮ ਹੀ ਆ ਨਾ। ਜੇ ਇਜਾਜ਼ਤ ਦੇ ਸਾਡੀ ਖੱਤੇ ਟਰਾਲੀ ਮਿੱਟੀ ਦੀ ਭਰ ਕੇ ਜਿੱਥੇ ਮਰਜ਼ੀ ਦੇ ਆਉਂਦੇ, ਸਾਡੀ ਟਰਾਲੀ ਰੇਤਾ ਦੀ ਫੜੀ ਜਾਂਦੀ ਬੰਨ ਤੇ, ਫਿਰ ਸਾਡੀ ਗੁਲਾਮੀ ਕਰਕੇ ਫੜੀ ਜਾਂਦੀ ਨਾ। ਲੀਡਰ ਤੇ ਫਿਰ ਉਹ ਸੈਂਟਰ ਦੇ ਸਾਡੇ ਥੋੜੋ। ਜੇ ਲੀਡਰ ਸਾਡਾ ਵਿਧਾਇਕ, ਸਾਡਾ ਮੰਨ ਲਓ ਹਲਕਾ ਇੰਚਾਰਜ ਸੁਲਤਾਨਪੁਰ ਦਾ ਆ, ਫਿਰੋਜ਼ਪੁਰ ਦੇ ਹਲਕਾ ਇੰਚਾਰਜ ਆ, ਜਲੰਧਰ ਦੇ ਜਿਸ ਤਰ੍ਹਾਂ ਸਾਨੂੰ ਗੁਰਦਾਸਪੁਰ ਪਠਾਨਕੋਟ ਦੇ ਪੈਂਦੇ ਆ, ਜੇ ਸਾਡੇ ਸਾਰੇ ਹਲਕਾ ਇੰਚਾਰਜ ਜਿਸ ਤਰ੍ਹਾਂ 9 ਹਲਕਿਆਂ ਦੇ ਵਿੱਚ ਪੈਂਦੇ ਆ, ਸਾਡੇ ਬਣ ਜਾਣ, ਸਾਡਾ ਦਰਿਆ ਵਧੀਆ ਬਣ ਜਾਏ, ਸਾਨੂੰ ਗੁਲਾਮੀ ਕਰਨ ਦੀ ਲੋੜ ਕੀ ਆ? ਤੁਸੀਂ ਕਹਿੰਦੇ ਹੋ ਜਿਹੜੇ ਲੀਡਰ ਆ ਜਿਹੜੇ ਅੱਜ ਸਿਰ ਦੇ ਉੱਪਰ ਪੰਡਾਂ ਚੁੱਕ ਕੇ ਲੋਕਾਂ ਨੂੰ ਚੋਕਰ ਵੰਡ ਕੇ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਹਮਾਇਤੀ ਆ, ਤੇ ਉਹੀ ਸਾਡੇ ਉੱਪਰ ਨਜਾਇਜ਼ ਮਾਈਨਿੰਗ ਦੇ ਪਰਚੇ ਵੀ ਦਰਜ ਕਰਦੇ ਆ, ਤਾਂ ਦੂਜੇ ਪਾਸੇ ਉਹਨਾਂ ਦੇ ਵੱਲੋਂ ਖੁਦ ਹੀ ਨਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ। ਤੇ ਕੀ ਲੱਗਦਾ ਕਿ ਫਿਰ ਦੋਹਰੇ ਮਾਪਦੰਡ ਨਹੀਂ ਉਹਨਾਂ ਲੋਕਾਂ ਦੇ? ਵੇਖੋ ਜੀ, ਮੈਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਸੀ, ਇਹ ਜਿਹੜਾ ਤੰਦੂਰ ਆ ਨਾ ਪੰਜਾਬ ਦਾ ਬਹੁਤ ਵੱਡਾ, ਇਹ ਸੇਕ ਲੈਂਦੇ ਆ, ਵੋਟਾਂ ਆਉਂਦੀਆਂ 5 ਸਾਲਾਂ ਬਾਅਦ ਤਨੂਰ ਤਪ ਜਾਂਦਾ, ਇਹ ਫਿਰ ਜਿੰਨੀ ਸ਼ਾਸਤ ਕਰਕੇ ਸੇਕ ਕੇ ਸਾਡੇ ਕੋਲ ਖਾਂਦੇ, ਸਾਨੂੰ ਵਰਤ ਜਾਂਦੇ ਆ, ਸਾਨੂੰ ਪਤਾ ਨਹੀਂ ਲੱਗਦਾ। ਇਹ ਸਹੀ ਵਰਤੇ ਜਾਂਦੇ, ਅੱਜ ਵੀ ਵਰਤੇ ਜਾਂਦੇ, ਗਾਂ ਵੀ ਹੀ ਵਰਤੇ ਜਾਣ। ਜੇ ਅਸੀਂ ਨਾ ਜਾਗੇ ਆਉਣ ਵਾਲੇ ਸਮੇਂ 'ਚ, ਇਕੱਠਾ ਨਾ ਹੋਇਆ ਪੰਜਾਬ, ਸਾਡਾ ਆਉਣ ਵਾਲਾ ਹਾਲਾਤ ਬਹੁਤ ਮਾੜਾ ਹੋ ਜਾਣਾ। ਇਹਨਾਂ ਸਰਕਾਰਾਂ ਨੇ ਕੁਛ ਨਹੀਂ ਕਰਨਾ, ਨਾ ਕੰਕਰੀਟ ਦੇ ਦਰਿਆ ਹੀ ਬਣਾਉਣੇ ਆ, ਨਾ ਇਹਨੂੰ ਖਲਾਈ ਕਰਨੀ ਆ। ਜੇ ਸਰਕਾਰ ਚਾਹਵੇ ਤਾਂ ਭਾਵੇਂ ਜਿੰਨਾ ਮਰਜ਼ੀ ਖਲਾਈ ਕਰਾਉਣ। ਇੱਕ ਹੋਰ ਗੱਲ ਦੱਸਿਓ ਕਿ ਜਦੋਂ ਨਵੀਂ ਪੀੜ੍ਹੀ ਨੂੰ ਲੈ ਕੇ ਸਵਾਲ ਹੁੰਦੇ ਆ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਵੀ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਖੇਤੀ ਦੇ ਨਾਲ ਜੁੜਨਾ ਨਹੀਂ ਚਾਹੁੰਦੀ। ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਕਿੰਨੀ ਕੁ ਸਹਿਮਤੀ ਰੱਖਦੇ ਹੋ? ਦੇਖੋ ਜੀ, ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਵੀ ਜਿਹੜੀ ਨੌਜਵਾਨੀ ਪੀੜ੍ਹੀ ਆ ਨਾ, ਸਾਡੀ ਪੰਜਾਬੀ ਵਿਰਾਸਤ ਨਾਲ ਖੋਲੀ, ਸਾਡੀ ਫੱਟੀ ਤੇ ਸਲੇਟ ਖੋਈ ਗਈ ਨਾ। ਜੋ ਸਾਨੂੰ ਊੜੇ ਦੇ ਐੜੇ ਦੇ ਕਿਸੇ ਨੇ ਸਿਖਾਉਣਾ ਸੀ, ਪੰਜਾਬੀ ਦੇ ਇਤਿਹਾਸ ਦੇ ਵਿੱਚੋਂ ਚੀਜ਼ਾਂ ਹੀ ਨਾ ਕੱਢਦੀਆਂ, ਤਾਂ ਸਾਡੇ ਬੱਚੇ ਕਿਸ ਤਰ੍ਹਾਂ ਜੁੜ ਜਾਣਗੇ? ਭੂਗੋਲ ਦੇ ਵਿੱਚੋਂ ਵੇਖੋ ਸਾਡਾ ਇਤਿਹਾਸ ਹੀ ਨਾ ਕੱਢਦਾ, ਇਹਨਾਂ ਦਾ ਆਪਦਾ ਅੱਗੇ ਲੈ ਜਾਂਦਾ। ਪੰਜਾਬੀ ਤਾਂ ਹੈਗੀ ਨਹੀਂ ਸਾਡੇ ਬੱਚਿਆਂ ਕੋਲ।
ਸਾਡੇ ਅੱਗੇ ਬੱਚੇ ਪੜ੍ਹਦੇ ਹੀ ਵੱਡੇ ਸਾਡੇ ਆਉਂਦੇ, ਜੇ ਵਿਰਾਸਤ ਬਚਾਈ ਆ ਤਾਂ ਸਾਡੇ ਅਨਪੜ੍ਹ ਬਜ਼ੁਰਗਾਂ ਨੇ ਅਜੇ ਵੀ ਬਚਾਈ। ਪੜ੍ਹਾਈ ਦੇ ਵਿੱਚ ਆ ਸੀਬੀਐਸਈ ਬੋਰਡ ਆ ਗਿਆ ਆ, ਜੇ ਪੰਜਾਬੀ ਪੜ੍ਹੂ ਤਾਂ ਬੱਚਾ ਇੱਥੇ ਆਊ, ਫੇਰ ਹੀ ਜੁੜੂ ਇਤਿਹਾਸ ਨਾਲ, ਸਾਡਾ ਬੱਚਾ ਪੜ੍ਹੂ ਤਾਂ ਫੇਰ ਹੀ ਜੁੜੂ। ਅੱਜ ਸਾਡੇ ਘਰ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ ਕੋਈ ਕਰਦਾ ਤੇ ਬੱਚਾ ਸਾਡੀ ਖੇਤੀ ਨਾਲ ਕਿੱਥੋਂ ਜੁੜ ਜੂਗਾ। ਹੁਣ ਵੇਖੋ ਤੁਸੀਂ, ਮੈਂ ਤੁਹਾਨੂੰ ਪਿੱਛੇ ਲੈ ਜਾਣਾ ਥੋੜਾ ਆ ਵੱਡੇ ਵੱਡੇ ਵਿਆਹ, ਕੋਠੀਆਂ, ਵੱਡੇ ਵੱਡੇ ਟਰੈਕਟਰ ਸਾਡੇ ਗਲ ਮੜੀ ਜਾਂਦੇ ਆ, ਵੱਡੇ ਵੱਡੇ ਟਰੈਕਟਰ ਗੱਡੀਆਂ ਦੇਈ ਜਾਂਦੇ, ਕਿਉਂ ਦਿੰਦੇ ਆ? ਸਿਰਫ ਪੰਜਾਬ ਨੂੰ ਕਮਜ਼ੋਰ ਕਰਨ। ਸਾਡੇ ਜੇ ਗੱਲ ਲਿਆਂਦੀ ਗਈ ਆ, ਕੀ ਗੱਲ ਅਸੀਂ 11 ਬੰਦਿਆਂ ਨਾਲ 11 ਕੁੜੀ ਦੇ ਮੁੰਡੇ ਵਿਆਹ ਨਹੀਂ ਕਰ ਸਕਦੇ? ਸਾਡੇ ਵਿੱਚ ਪੈਲਸ ਵੱਡੇ ਵੱਡੇ ਕਿਸੇ ਨੂੰ ਵਿਖਾਏ ਗਏ, ਵਿਖਾ ਕੇ ਲਿਆ ਕੇ ਸਾਨੂੰ ਵਰਤਿਆ ਗਿਆ, ਸਾਨੂੰ ਵਰਤ ਕੇ ਕਮਜ਼ੋਰ ਕੀਤਾ ਜਾਂਦਾ। ਸਾਨੂੰ ਵੱਡੀਆਂ ਵੱਡੀਆਂ ਲਿਮਟਾਂ ਦੇ ਦਿੱਤੀਆਂ, ਵੱਡੇ ਵੱਡੇ ਕਰਜ਼ੇ ਦੇ ਦਿੱਤੇ, ਵੱਡੇ ਵੱਡੇ ਟਰੈਕਟਰ, ਵੱਡੀਆਂ ਵੱਡੀਆਂ ਗੱਡੀਆਂ। ਆ ਸਾਡੇ ਬੱਚੇ ਕਈ ਵਾਰ ਵੇਖੀ ਤਾਂ ਇੰਨਾ ਬੇਸਾਬਾ ਖਰਚ ਕਰੀ ਜਾਂਦੇ। ਚਲੋ ਇੱਕ ਹੋਰ ਸਾਡੇ ਬੱਚੇ ਜਿਹੜੇ ਆ, ਚਲੋ ਬਾਹਰ ਸਾਡੇ ਗਏ ਆ, ਦਿਨ ਰਾਤ ਕਮਾਈ ਕਰਦੇ ਆ, ਚਲੋ ਉਹਨਾਂ ਦੀ ਬਦੌਲਤ ਸਾਡੇ ਅੱਜ ਪਰਿਵਾਰ ਸਾਡੇ ਥੋੜਾ ਜਿਹਾ ਅੱਗੇ ਜਾ ਰਿਹਾ। ਬਾਕੀ ਸਰਕਾਰਾਂ ਨੂੰ ਕੋਈ ਕਸਰ ਨਹੀਂ ਹੈਗੀ ਸਾਨੂੰ ਕਿੱਥੇ ਲਿਜਾ ਕੇ ਖਿਲਾਰਨਾ, ਕੀ ਕਰਨਾ ਇਹਨਾਂ ਦਾ, ਸਾਨੂੰ ਆਉਣ ਵਾਲੇ ਸਮੇਂ 'ਚ ਕੋਈ ਭਰੋਸਾ ਨਹੀਂ ਇਹਨਾਂ ਦਾ। ਹੜ੍ਹਾਂ ਦੀ ਸਥਿਤੀ 'ਚ ਲਗਾਤਾਰ ਦਰਿਆਵਾਂ ਨੂੰ ਡੱਕੇ ਲਾਉਣ ਦਾ, ਬੰਨਾਂ ਨੂੰ ਡੱਕੇ ਲਾਉਣ ਦਾ ਯਤਨ ਕਰ ਰਹੇ ਹੋ, ਤਾਂ ਬਹੁਤ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਵਸਣ ਵਾਲੇ ਜਿਹੜੇ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ, ਉਹਨਾਂ ਦੇ ਵੱਲੋਂ ਫੋਨ ਕਾਲਸ ਕੀਤੇ ਜਾ ਰਹੇ ਨੇ, ਰਾਸ਼ਨ ਪਾਣੀ ਵੀ ਲਿਆ ਕੇ ਜਿਹੜਾ ਲੋਕਾਂ ਦੇ ਵਾਸਤੇ ਲਿਆਂਦਾ ਜਾ ਰਿਹਾ, ਜਿਹੜੀਆਂ ਪੀੜਤ ਧਿਰਾਂ ਨੇ। ਕੀ ਲੱਗਦਾ ਕਿ ਇਸ ਵੇਲੇ ਜਦੋਂ ਗਰਾਊਂਡ ਤੇ ਵਿਚਰਦੇ ਹੋ ਤਾਂ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਜਾਪਦੀ ਹੈ ਤੁਹਾਡੇ ਅਨੁਸਾਰ? ਮੇਰੇ ਹਿਸਾਬ 'ਚ ਵੀ ਜਿਹੜਾ ਖਾਣ ਪੀਣ ਵਾਲਾ ਸਮਾਨ ਨਾ, ਮੇਰੇ ਹਿਸਾਬ ਸਾਨੂੰ ਅੱਜ ਉਹ ਨਹੀਂ ਚਾਹੀਦਾ, ਕਿਉਂਕਿ ਇਹ ਪਾਣੀ ਥੱਲੇ ਜਾਊਗਾ, ਲੋਕਾਂ ਨੇ ਕਣਕ ਬੀਜਣੀ ਆ, ਪੈਲੀ ਬਣਾਉਣੀ ਆ, ਇਹ ਵੱਟਾਂ ਦੇ ਬੰਨ ਬੰਨਣੇ ਆ। ਸੋ ਮੈਂ ਇਹੋ ਵੀਰਾਂ ਨੂੰ ਬੇਨਤੀ ਕਰਦਾ, ਸਾਨੂੰ ਉਦੋਂ ਦਿਓ ਲੋੜ ਜਿਹੜੀ ਅਨੁਸਾਰ, ਜਿਹੜੇ ਚੀਜ਼ ਨੂੰ ਜਦੋਂ ਲੋਕਾਂ ਦੇ ਘਰ ਢੱਠ ਗਏ ਉਹ ਘਰ ਬਣਾਇਆ ਜਾਵੇ, ਜਿਹੜੇ ਗਰੀਬ ਕੋ ਕਣਕ ਨਹੀਂ ਬੀਜੀ ਜਾਂਦੀ ਉਹਦੀ ਕਣਕ ਬੀਜੀ ਜਾਵੇ। ਜੇ ਕਿਸੇ ਦੀ ਕੋਈ ਧੀ ਦਾ ਵਿਆਹ ਕਰਨ ਵਾਲਾ, ਲੋਕਾਂ ਦਾ ਬਾਊਪੁਰ ਜਿਹੜੇ 15-16 ਪਿੰਡ ਆ, ਇਹਨਾਂ ਦਾ ਹਾਲਾਤ ਬੜਾ, ਮੇਰੇ ਵੀਰ ਉਹਨਾਂ ਦੀ ਸਹਾਇਤਾ ਕਰਨ। ਜਿਹੜਾ ਰਾਸ਼ਨ ਪਿੱਛੋਂ ਆ ਰਿਹਾ ਉਹ ਲੋਕਾਂ ਤੱਕ ਨਹੀਂ ਪਹੁੰਚ ਰਿਹਾ, ਇਹ ਐਵੇਂ ਹੀ ਆ ਨਾ। ਮੈਂ ਉਹਨਾਂ ਨੂੰ ਬੇਨਤੀ ਆ ਵੀ ਇਹ ਨਾ ਭੇਜੋ, ਸੋ ਮਦਦ ਕਰਿਓ। ਹੁਣ ਜਿਤਨਾ ਅਸੀਂ ਬੰਨ ਬੰਨਣਾ, ਸਾਨੂੰ ਮਿੱਟੀ ਦੀ ਲੋੜ ਆ, ਸਾਨੂੰ ਬੋਰਿਆਂ ਦੀ ਲੋੜ ਆ, ਇਹ ਉਹ ਮਦਦ ਕਰ ਦੇਣ ਜਾਂ ਡੀਜ਼ਲ ਦੇ ਦੇਣ, ਜਿੱਦਾਂ ਦੀ ਕੋਈ ਸੇਵਾ ਕਰਦਾ ਕਰ ਸਕੇ। ਸੋ ਜਿਹੜਾ ਬਾਊਪੁਰ ਦੇ ਮੰਡ ਜਿਹੜੇ ਲੋਕ ਆ, ਇਹਨਾਂ ਦੀ ਮਦਦ ਉਦੋਂ ਕਰਿਓ ਜਦੋਂ ਪਾਣੀ ਥੱਲੇ ਚਲੇ ਜਾਵੇ, ਉਦੋਂ ਆਉਣ, ਉਹਨਾਂ ਦੀ ਕਣਕ ਬੀਜ ਦੇਣ, ਇਹਨਾਂ ਦਾ ਬੰਨ ਵੱਟਾਂ ਵੱਜ ਜਾਣ। ਸੋ ਇਹਨਾਂ ਨੂੰ ਖਾਦ ਦੇ, ਕੋਈ ਬੀਜ ਦੇ ਕਣਕ ਦਾ, ਜਿਹੜੇ ਕੋਈ ਵੀਰ ਸੇਵਾ ਕਰ ਸਕਦਾ ਉਹ ਕਰ ਲੈ। ਹਾਂਜੀ ਹਾਂਜੀ, ਤਮਾਮ ਸਾਰੀ ਗੱਲਬਾਤ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਸੁਲਤਾਨਪੁਰ ਦੇ ਬਾਊਪੁਰ ਦੇ ਚੱਕ ਪੱਤੀ ਦੇ ਵਿੱਚ ਮੌਜੂਦ ਹਾਂ, ਤਾਂ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਮੇਂ ਦੇ ਵਿੱਚ ਭਖਦੇ ਸਵਾਲਾਂ ਨੂੰ ਲੈ ਕੇ ਗੱਲਬਾਤ ਲੈ ਕੇ ਹਾਜ਼ਰ ਹੋਈਏ। ਧੰਨਵਾਦ।